ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਬੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਪਿਆਸੀ ਦਿਨ ਸੇ ਰਾਤ, ਚਿਤ ਬਹੁ ਆਨੰਦਨ ਨੀਤਾ। ਖੋਲ ਕਪਟ ਗੁਰ ਮਿਲਿਆ, ਨਾਨਕ ਹਰਿ ਸੰਗ ਮੀਤ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਪਰਮ ਸਤਿਕਾਰ ਚੋਕ ਸਤਿਗੁਰਾਂ ਦੀ ਸਾਜੀ ਨਿਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗ ਜੀਓ। ਆਪ ਸਰਬੱਤ ਸਿੱਖ ਸੰਗਤ ਤਨਤਾ ਦੇ ਜੋਗ ਹੈ। ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ। ਆਓ ਗੁਰਮੁਖ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਅੱਜ ਦੇ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੀ ਇਹਨਾਂ ਵਚਨਾਂ ਦੇ ਦੁਆਰਾ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪੰਜਵਾ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਬੜ ਭਾਗੀ। ਰਹਾਉ। ਰਾਗ ਗੌੜੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਬੜ ਭਾਗੀ। ਐਸੀ ਦਾ ਭਾਵ ਹੁੰਦਾ ਹੈ ਅਜਿਹੀ, ਸਿਉ ਦਾ ਭਾਵ ਹੁੰਦਾ ਹੈ ਨਾਲ, ਪੂਰਨ ਦਾ ਭਾਵ ਹੁੰਦਾ ਸਾਰੇ ਗੁਣਾਂ ਦੇ ਨਾਲ ਭਰਪੂਰ। ਬੜਭਾਗੀ ਦਾ ਭਾਵ ਹੁੰਦਾ ਹੈ ਵੱਡੇ ਭਾਗਾਂ ਵਾਲੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ, ਹੀ ਭਾਈ, ਪਰਮਾਤਮਾ ਦੇ ਨਾਲ ਜਿਨ੍ਹਾਂ ਮਨੁੱਖਾਂ ਦੀ ਇਹੋ ਜਿਹੀ ਪ੍ਰੀਤ ਬਣਦੀ ਹੈ ਨਾ, ਜਿਸ ਦਾ ਜ਼ਿਕਰ ਇੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਰ ਰਹੇ ਨੇ। ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਇਹੋ ਜਿਹੀ ਪ੍ਰੀਤ ਬਣਦੀ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ।
ਉਹ ਸਾਰੇ ਗੁਣਾਂ ਦੇ ਨਾਲ ਭਰਪੂਰ ਹੋ ਜਾਂਦੇ ਨੇ। ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਾਸਾ ਕਹਿੰਦੀ ਭਰਤਾ ਭੇਖ ਬਿਕਸੈ ਜੋ ਨਾਰੀ, ਤਿਉ ਹਰਿ ਜਨ ਜੀਵੈ ਨਾਮ ਚਿਤਾਰੀ। ਭਰਤਾ ਭੇਖ ਬਿਕਸੈ ਜੋ ਨਾਰੀ। ਭਰਤਾ ਦਾ ਭਾਵ ਹੁੰਦਾ ਹੈ ਖਸਮ, ਭੇਖ ਦਾ ਭਾਵ ਹੁੰਦਾ ਹੈ ਵੇਖ ਕੇ, ਬਿਕਸਾ ਦਾ ਭਾਵ ਹੁੰਦਾ ਹੈ ਖਿੜ ਪੈਂਦੀ ਹੈ, ਖੁਸ਼ ਹੁੰਦੀ ਹੈ, ਜੀਵੈ ਦਾ ਭਾਵ ਹੁੰਦਾ ਹੈ ਆਤਮਿਕ ਜੀਵਨ ਹਾਸਲ ਕਰਦਾ ਹੈ, ਚਿਤਾਰੀ ਦਾ ਭਾਵ ਹੁੰਦਾ ਹੈ ਚਿਤਾਰ ਕੇ, ਯਾਦ ਕਰਕੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੀ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਇੱਥੇ ਉਦਾਹਰਨ ਦੇ ਕੇ ਸਮਝਾ ਰਹੇ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਵੱਖ-ਵੱਖ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਨੂੰ ਸਮਝਾ ਰਹੇ ਨੇ। ਭਰਤਾ ਭੇਖ ਬਿਕਸੈ ਜੋ ਨਾਰੀ। ਜਿਵੇਂ ਕਹਿੰਦੇ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਜਿਵੇਂ ਇਸਤਰੀ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਤਿਵੇਂ ਪਰਮਾਤਮਾ ਦੇ ਨਾਮ ਜਪਣ ਵਾਲੇ ਗੁਰਮੁਖ ਪਰਮਾਤਮਾ ਦਾ ਨਾਮ ਚੇਤੇ ਕਰਕੇ ਅੰਤਰ ਆਤਮੇ ਖੁਸ਼ ਹੁੰਦੇ ਰਹਿੰਦੇ ਨੇ। ਤੇ ਪਾਸਾ ਕਹਿੰਦੀ ਪੂਤ ਭੇਖ ਜਿਉ ਜੀਵਤ ਮਾਤਾ, ਓਤ ਹਪੋਤ ਹਰ ਜਨ ਸਿਉ ਰਾਤਾ। ਓਤ ਦਾ ਭਾਵ ਹੁੰਦਾ ਹੈ ਊਣੇ ਹੋਏ ਦੇ ਵਿੱਚ, ਪੋਤ ਦਾ ਭਾਵ ਹੁੰਦਾ ਹੈ ਪਰੋਤੇ ਹੋਏ ਦੇ ਵਿੱਚ, ਰਾਤਾ ਦਾ ਭਾਵ ਹੁੰਦਾ ਹੈ ਰੰਗਿਆ ਹੋਇਆ ਹੈ, ਮਸਤ। ਪਾਸਾ ਕਹਿੰਦੀ ਪੂਤ ਭੇਖ ਜਿਉ ਜੀਵਤ ਮਾਤਾ, ਓਤ ਪੋਤ ਜਨ ਹਰਿ ਸਿਉ ਰਾਤਾ। ਕਹਿੰਦੇ ਜਿਵੇਂ ਆਪਣੇ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਜਿਉਂਦੀ ਹੈ ਨਾ, ਆਪਣੇ ਪੁੱਤ ਨੂੰ ਵੇਖ ਕੇ ਖੁਸ਼ ਹੁੰਦੀ ਹੈ ਮਾਂ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਦੇ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੰਗਿਆ ਰਹਿੰਦਾ ਹੈ ਹਰ ਵੇਲੇ, ਪਰਮਾਤਮਾ ਦੀ ਬੰਦਗੀ ਕਰਨ ਵਾਲਾ। ਪਾਤਸ਼ਾਹ ਕਹਿੰਦੇ ਲੋਭੀ ਆਨੰਦ ਕਰੈ ਭੇਖ ਧਨਾ, ਜਨ ਚਰਨ ਕਮਲ ਸਿਉ ਲਾਗੂ ਮਨਾ। ਆਨੰਦ ਦਾ ਭਾਵ ਹੁੰਦਾ ਹੈ ਖੁਸ਼ੀ, ਜਨ ਮਨਨ ਦਾ ਭਾਵ ਹੁੰਦਾ ਹੈ ਸੇਵਕ ਦਾ ਮਨ। ਪਾਤਸ਼ਾਹ ਕਹਿੰਦੇ ਜਿਵੇਂ ਕੋਈ ਲਾਲਚੀ ਮਨੁੱਖ ਧਨ ਨੂੰ ਵੇਖ ਕੇ ਖੁਸ਼ੀ ਮਨਾਉਂਦਾ ਹੈ, ਖੁਸ਼ ਹੁੰਦਾ ਹੈ, ਤਿਵੇਂ ਪਰਮਾਤਮਾ ਦੇ ਭਗਤ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਲਪਟਿਆ ਰਹਿੰਦਾ ਹੈ। ਉਹ ਆਪਣੇ ਪਰਮਾਤਮਾ ਦਾ ਨਾਮ ਸਿਮਰ ਕੇ ਖੁਸ਼ ਰਹਿੰਦਾ ਹੈ। ਜਿਵੇਂ ਲਾਲਚੀ ਆਦਮੀ ਦੌਲਤ ਨੂੰ ਵੇਖ ਕੇ ਖੁਸ਼ੀ ਪ੍ਰਗਟ ਕਰਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦੇ ਸੇਵਕ ਦੀ ਆਤਮਾ ਉਸ ਦੇ ਕੇਵਲ ਰੂਪ ਚਰਨਾਂ ਦੇ ਨਾਲ ਜੁੜੀ ਹੋਈ ਹੈ। ਪਾਤਸ਼ਾਹ ਕਹਿੰਦੇ ਵਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕੀ ਪ੍ਰਭ ਪ੍ਰਾਨ ਆਧਾਰ। ਸਤਿਗੁਰੂ ਕਹਿੰਦੇ ਹੀ ਨਾਨਕ, ਹੀ ਦਾਤਾਰ, ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹੀ ਨਾਨਕ ਪ੍ਰਾਣਾਂ ਦੇ ਆਸਰੇ, ਮੈਨੂੰ ਨਾਨਕ ਨੂੰ ਇੱਕ ਰਤਾ ਜਿਤਨਾ ਸਮਾਂ ਵੀ ਤੂੰ ਨਾ ਭੁੱਲੀ ਮੈਨੂੰ।
होर दुनिया के पदार्थ भावें भुल जान, पर थोड़ा समा भी तू मैनू भुलना नहीं चाहिदा। गौड़ी मोहल्ला पंजवा। राम रसायन जो जन गीते, चरण कमल प्रेम भगति विदे। सतगुरु अर्जन देव महाराज इन्हां बचनां दे नाल बख्शिश करदे ने। रसायन का भाव हुंदा सत्संग जी, रसायन दे विच रसां दे घर दे विच नाम दे विच। गीधे का भाव हुंदा गिजे हुए मस्त होए, विदे का भाव हुंदा विजे होए। सतगुरु कहंदे राम रसायन जो जन गीते, चरण कमल प्रेम भगति विदे। सतगुरु कहंदे हे भाई, जेड़े मनुख सब तो श्रेष्ठ परमात्मा दे नाम रस दे विच मस्त रहिंदे ने, ਉਹ ਮਨੁੱਖ परमात्मा ਦੇ ਸੋਹਣੇ ਚਰਨਾਂ ਦੀ ਪ੍ਰੇਮ ਭਗਤੀ ਦੇ ਵਿੱਚ ਵਿਝੇ ਰਹਿੰਦੇ ਨੇ। ਜਿਵੇਂ ਭੌਰਾ ਕਾਲ ਫੁੱਲ ਦੇ ਵਿੱਚ ਵਿਝ ਜਾਂਦਾ ਹੈ, ਮਸਤ ਹੋ ਜਾਂਦਾ ਹੈ, ਤੇ परमात्मा ਦੇ ਨਾਮ ਦੇ ਵਿੱਚ परमात्मा ਦੇ ਭਗਤ ਜਨ ਉਸ ਭੌਰੇ ਦੇ ਤਾਈਂ ਵਿਝ ਜਾਂਦੇ ਨੇ, ਮਸਤ ਹੋ ਜਾਂਦੇ ਨੇ। ये पासा अगे फिर बख्शे करते हैं। पाशा कहते आन रसा डीसै सब छार, आन रसा डीसै सब सार, नाम बिना निफल संसार। सतगुरु कहते हे भाई, उन्हां मनुखां नूं दुनिया दे होर सारे रस परमेश्वर नाम रस दे ताकरे ते स्वाद दिसदे ने। परमात्मा दे नाम तो बिना संसार दे सारे पदार्थ उन्हां नूं बेअर्थ दसदे ने। किन्हां नूं? जिन्हां ने अपनी विरती नूं परमात्मा दे चरनां दे नाल जोड़िया होया है। उन्हां मनुखां नूं दुनिया दे होर सारे रस परमेश्वर नाम रस दे टाकरे स्वाद दिसदे ने। परमात्मा दे नाम तो बिना संसार दे सारे पदार्थ उन्हां नूं बेअर्थ जापदे ने। ते सतगुरु अगे फिर बख्शे करदे ने। पाशा कहते अंध कूपते काटे आप, गुण गोबिंद आचार्य प्रताप। सतगुरु अर्जन देव महाराज इन्हां बचनां दे नाल बख्शिश करदे ने। पाशा कहते हे भाई, गोबिंद दे गुण आचार्य प्रताप वाले ने। उस परमात्मा के गुण हैरान करने वाले ने। जिहड़े मनुख परमात्मा के गुण गाउंदे ने, परमात्मा नूं चेते करते रहंदे ने, उन्हां नूं परमात्मा आप माया के मोह दे अन्ने खूह दे विचों कढ लैंदा। जिहड़े परमात्मा नूं याद करते रहंदे ने, दुनिया ते विचरदे होए जिहड़े मनुखां दी विरती, जिन्हां मनुखां दी सुरत परमात्मा दे चरनां दे नाल जुड़ी रहिंदी है ना, ते परमात्मा उन्हां नूं फिर माया दे मोह दे अन्ने खूह दे विचों अपना हथ दे के कढ लैंदा है। अगे सतगुरु अर्जन देव महाराज साहिब फिर बख्शे करदे ने। बन त्रिन त्रिभावन पूर्ण गोपाल, बन त्रिन त्रिभावन पूर्ण गोपाल, ब्रह्म पसार जी संग दयाल।
ਸਤਿਗੁਰੂ ਇਹਨਾਂ ਬਚਨਾਂ ਦੇ ਨਾਲ ਬਖਸ਼ੇ ਕਰਦੇ ਨੇ। ਬਣ ਦਾ ਭਾਵ ਹੁੰਦਾ ਸਤ ਸੰਗੀ, ਬਣ ਦੇ ਵਿੱਚ ਤਰਨ ਦਾ ਭਾਵ ਹੁੰਦਾ, ਤਰਨ ਦੇ ਵਿੱਚ ਤ੍ਰਿਭਵਨ ਦਾ ਭਾਵ ਹੁੰਦਾ, ਤਿੰਨਾਂ ਭਾਵਨਾ ਵਾਲੇ ਸੰਸਾਰ ਦੇ ਵਿੱਚ। ਪਸਾਰ ਦਾ ਭਾਵ ਹੁੰਦਾ ਪਸਾਰਾ ਖਿਲਾਰਾ। ਜੀ ਸੰਗ ਦਾ ਭਾਵ ਹੁੰਦਾ ਸਾਰੇ ਜੀਵਾਂ ਦੇ ਨਾਲ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਬਨ ਤ੍ਰੈਨ ਤ੍ਰਿਭਾਵਨ ਪੂਰਨ ਗੋਪਾਲ। ਹੀ ਭਾਈ ਪਰਮਾਤ ਗੋਬਿੰਦ ਦੇ ਆਚਾਰਜ ਪ੍ਰਤਾਪ ਵਾਲੇ ਜਿਹੜੇ ਮਨੁੱਖਾ ਪਰਮਾਤਮਾ ਦੇ ਗੁਣ ਗਾਉਂਦੇ ਨੇ, ਹੇ ਭਾਈ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਮਸਤ ਬੰਦਿਆਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਨ ਦੇ ਵਿੱਚ ਤ੍ਰਨ ਦੇ ਵਿੱਚ ਤਿੰਨੇ ਭਾਵਨਾ ਦੇ ਵਿੱਚ ਸੰਸਾਰ ਦੇ ਵਿੱਚ ਵਿਆਪਕ ਦਿਸਦਾ ਹੈ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੀ ਹੋਈ ਹੈ। ਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿਸਦਾ ਹੈ। ਪਰਮਾਤਮਾ ਸਭ ਜੀਵਾਂ ਦੇ ਅੰਗ ਸੰਗ ਪ੍ਰਤੀਤ ਹੁੰਦਾ ਹੈ ਤੇ ਦਇਆ ਦਾ ਘਰ ਉਹਨਾਂ ਨੂੰ ਦਿਸਦਾ ਹੈ। ਇਹ ਦਇਆ ਦਾ ਘਰ ਉਹਨਾਂ ਨੂੰ ਦਿਸਦਾ ਹੈ ਜਿਨ੍ਹਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੁੰਦੀ ਹੈ, ਬੰਦਗੀ ਕਰਨ ਵਾਲਿਆਂ ਦੀ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਣਹਾਰ। ਸਾਰ ਦਾ ਭਾਵ ਹੁੰਦਾ ਹੈ ਸਾਂਭ, ਹਿਰਦੇ ਵਿੱਚ ਸੰਭਾਲ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਹੀ ਨਾਨਕ ਆਖ ਹੇ ਭਾਈ ਤੂੰ ਵੀ ਆਪਣੇ ਹਿਰਦੇ ਦੇ ਵਿੱਚ ਉਹ ਸਿਫਤ ਸਲਾਹ ਸੰਭਾਲ ਜਿਸ ਸਿਫਤ ਸਲਾਹ ਰੂਪ ਕਥਨੀ ਨੂੰ ਸਿਰਜਣਹਾਰ ਪਰਮੇਸ਼ਰ ਆਦਰ ਸਤਿਕਾਰ ਦਿੰਦਾ ਹੈ। ਜਿਹੜੀਆਂ ਗੱਲਾਂ ਉਸ ਪਰਮਾਤਮਾ ਨੂੰ ਚੰਗੀਆਂ ਲੱਗਦੀਆਂ ਨੇ ਤੋ ਉਹਨਾਂ ਗੱਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖ। ਗੌੜੀ ਮਹੱਲਾ ਪੰਜਵਾ। ਨਿਤ ਪ੍ਰਤ ਨਾਵਨ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਨਿਤ ਪ੍ਰਤ ਨਾਵਨ ਰਾਮ ਸਰ ਕੀਜੈ। ਨਿਤ ਪ੍ਰਤ ਦਾ ਭਾਵ ਹੁੰਦਾ ਹੈ ਸਦਾ ਹੀ। ਨਾਵਨ ਦਾ ਭਾਵ ਹੁੰਦਾ ਹੈ ਇਸ਼ਨਾਨ। ਸਰ ਦਾ ਭਾਵ ਹੁੰਦਾ ਹੈ ਸਰ ਦੇ ਵਿੱਚ। ਰਾਮ ਸਰ ਦਾ ਭਾਵ ਹੁੰਦਾ ਹੈ ਰਾਮ ਦੇ ਰੂਪ ਸਰ ਦੇ ਵਿੱਚ। ਕੀਜਾ ਦਾ ਭਾਵ ਹੁੰਦਾ ਸਾਸੰਗੀ ਕਰਨਾ ਚਾਹੀਦਾ ਹੈ। ਝੋਲ ਦਾ ਭਾਵ ਹੁੰਦਾ ਹੈ ਹਿਲਾ ਕੇ ਪ੍ਰੇਮ ਦੇ ਨਾਲ। ਪੀਜਾ ਦਾ ਭਾਵ ਹੁੰਦਾ ਹੈ ਪੀਣਾ ਚਾਹੀਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ ਪਰਮਾਤਮਾ ਦੇ ਨਾਮ ਸਰ ਦੇ ਵਿੱਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਨਾਮ ਸਰੋਵਰ ਦੇ ਵਿੱਚ ਪਰਮਾਤਮਾ ਦੇ ਨਾਮ ਸਰੋਵਰ ਦੇ ਵਿੱਚ
ਸਦਾ ਇਸ਼ਨਾਨ ਕਰਨਾ ਚਾਹੀਦਾ, ਭਾਵ ਪਰਮਾਤਮਾ ਦੀ ਬੰਦਗੀ ਦੇ ਵਿੱਚ ਮਨੁੱਖ ਨੂੰ ਜੁੜਨਾ ਚਾਹੀਦਾ ਹੈ। ਤੇ ਪਰਮਾਤਮਾ ਦੇ ਨਾਮ ਦਾ ਰਸ ਸਾਰੀਆਂ ਰਸਾਂ ਤੋਂ ਸ੍ਰੇਸ਼ਟ ਹੈ, ਉੱਤਮ ਹੈ। ਤੇ ਆਤਮਿਕ ਜੀਵਨ ਦੇਣ ਵਾਲੇ ਇਸ ਪਰਮਾਤਮਾ ਦੇ ਨਾਮ ਰਸ ਨੂੰ ਬੜੇ ਪ੍ਰੇਮ ਦੇ ਨਾਲ ਪੀਣਾ ਚਾਹੀਦਾ ਹੈ, ਭਾਵ ਪਰਮਾਤਮਾ ਦੀ ਬੰਦਗੀ ਨੂੰ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ, ਪਿਆਰ ਸਤਿਕਾਰ ਦੇ ਨਾਲ ਕਰਨਾ ਚਾਹੀਦਾ ਹੈ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਫਿਰ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੇ ਨਿਰਮਲ ਉਦਕ ਗੋਬਿੰਦ ਕਾ ਨਾਮ, ਮਜਨ ਕਰਤ ਪੂਰਨ ਸਭ ਕਾਮ। ਮਜਨ ਦਾ ਭਾਵ ਹੁੰਦਾ ਇਸ਼ਨਾਨ, ਉਦਕ ਦਾ ਭਾਵ ਹੁੰਦਾ ਪਾਣੀ, ਸਭ ਦਾ ਭਾਵ ਹੁੰਦਾ ਸਾਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਪਰਮਾਤਮਾ ਦਾ ਨਾਮ ਪਵਿੱਤਰ ਜਲ ਹੈ। ਨਿਰਮਲ ਉਦਕ ਗੋਬਿੰਦ ਕਾ ਨਾਮ। ਹੇ ਭਾਈ, ਪਰਮਾਤਮਾ ਦਾ ਨਾਮ ਪਵਿੱਤਰ ਜਲ ਹੈ ਤੇ ਇਸ ਜਲ ਦੇ ਵਿੱਚ ਇਸ਼ਨਾਨ ਕਰਦੇ ਆ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਭ ਵਾਸਨਾਵਾਂ ਮੁੱਕ ਜਾਂਦੀਆਂ ਨੇ। ਭਾਵ ਜੇ ਪਰਮਾਤਮਾ ਦੀ ਨਾਮ ਦੇ ਵਿੱਚ ਅਸੀਂ ਜੁੜੀਏ, ਪਰਮਾਤਮਾ ਦੀ ਸੇਵਾ ਭਗਤੀ ਕਰੀਏ, ਪਰਮਾਤਮਾ ਦੇ ਕਰਦੇ, ਤੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਦੀਆਂ ਸਾਰੀਆਂ ਮਨੋਕਾਮਨਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੂਰੀਆਂ ਹੋ ਜਾਂਦੀਆਂ ਨੇ। ਜਿਹੜੇ ਆਪਣੇ ਆਪ ਨੂੰ ਪਰਮਾਤਮਾ ਦੇ ਨਾਮ ਨੂੰ ਸਮਰਪਿਤ ਕਰ ਦਿੰਦੇ ਨੇ, ਉਹਨਾਂ ਮਨੁੱਖਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ, ਭਾਵ ਉਹਨਾਂ ਦੀਆਂ ਸਾਰੀਆਂ ਵਾਸਨਾਵਾਂ ਵੀ ਮੁੱਕ ਜਾਂਦੀਆਂ ਨੇ, ਕੋਈ ਇਹਨਾਂ ਨੂੰ ਇੱਛਾ ਨਹੀਂ ਰਹਿ ਜਾਂਦੀ ਕਿਸੇ ਵਸਤੂ ਦੀ। ਪਾਤਸ਼ਾਹ ਕਹਿੰਦੇ ਸੰਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਬਿਖ ਖੋਏ। ਸੰਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੇ ਕਿਲ ਬਿਖ ਖੋਏ। ਸਤਿਗੁਰੂ ਕਹਿੰਦੇ ਹੇ ਭਾਈ, ਉਥੇ ਉਸ ਪਰਮਾਤਮਾ ਦੇ ਨਾਮ ਜਲ ਵਿੱਚ ਚੁੰਬੀ ਲਾਉਂਦੇ ਆ, ਪਰਮੇਸ਼ਰ ਸੰਤ ਦੇ ਨਾਲ ਮਿਲਾਪ ਹੋ ਜਾਂਦਾ ਹੈ। ਜੇ ਪਰਮਾਤਮਾ ਦੇ ਨਾਮ ਦੇ ਜਲ ਵਿੱਚ ਇਸ਼ਨਾਨ ਕਰਦੇ ਰਹੀਏ ਨਾ, ਭਾਵ ਬੰਦਗੀ ਦੇ ਨਾਲ ਜੁੜੀਏ, ਫਿਰ ਇਹਦੀ ਬਰਕਤ ਵਰਤ ਜਾਂਦੀ ਹੈ ਤੇ ਉਸ ਸੰਤ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਮਨੁੱਖ ਆਪਣੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਕੇ ਦੂਰ ਕਰ ਲੈਂਦਾ ਹੈ। ਪਾਤਸ਼ਾਹ ਕਹਿੰਦੇ ਸਿਮਰੈ ਸਾਧ ਕਰੈ ਆਨੰਦ, ਮਨ ਤਨ ਰਵਿਆ ਪਰਮਾਨੰਦ। ਸਾਧ ਦਾ ਭਾਵ ਹੁੰਦਾ ਹੈ ਗੁਰਮੁਖ ਬੰਦੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੁੰਦਾ ਹੈ। ਮਨ ਦਾ ਭਾਵ ਹੁੰਦਾ ਹੈ ਮਨ ਵਿੱਚ, ਤਨ ਦਾ ਭਾਵ ਹੁੰਦਾ ਹੈ ਤਨ ਦੇ ਵਿੱਚ, ਰਵਿਆ ਦਾ ਭਾਵ ਹੁੰਦਾ ਹੈ ਹਰ ਵੇਲੇ ਮੌਜੂਦ ਆ, ਪਰਮਾਨੰਦ ਦਾ ਭਾਵ ਹੁੰਦਾ ਹੈ ਸਤ ਸੰਗ ਜੀ। ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪਾਤਸ਼ਾਹ ਕਹਿੰਦੇ ਸਿਮਰੈ ਸਾਧ ਕਰੈ ਆਨੰਦ, ਮਨ ਤਨ ਰਵਿਆ ਪਰਮਾਨੰਦ। ਸਤਿਗੁਰੂ ਕਹਿੰਦੇ ਹੇ ਭਾਈ, ਜਿਹੜੇ ਗੁਰਮੁਖ ਬੰਦੇ ਪਰਮਾਤਮਾ ਦਾ ਨਾਮ ਸਿਮਰਦੇ ਨੇ ਨਾ, ਜਿਹੜੇ ਗੁਰਮੁਖ ਬੰਦੇ ਪਰਮਾਤਮਾ ਦਾ ਨਾਮ ਸਿਮਰਦੇ ਨੇ, ਉਹ ਆਤਮਿਕ ਆਨੰਦ ਮਾਣਦੇ ਨੇ,
ਉਹਨਾਂ ਨੂੰ ਆਪਣੇ ਮਨ ਵਿੱਚ, ਆਪਣੇ ਹਿਰਦੇ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮਾਤਮਾ ਹਰ ਵੇਲੇ ਮੌਜੂਦ ਦਿਸਦਾ ਹੈ। ਉਹ ਹਰ ਵੇਲੇ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਦੇਖਦੇ ਨੇ। ਸਤਿਗੁਰੂ ਕਹਿੰਦੇ ਜਿਸੈ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸੈ ਕੁਰਬਾਨ। ਜਿਸੈ ਦਾ ਭਾਵ ਹੁੰਦਾ ਜਿਸ ਮਨੁੱਖ ਨੂੰ, ਨਿਧਾਨ ਦਾ ਭਾਵ ਹੁੰਦਾ ਖਜ਼ਾਨੇ। ਸਤਿਗੁਰੂ ਕਹਿੰਦੇ ਹੀ ਨਾਨਕ ਆਖ ਪਰਮਾਤਮਾ ਦੇ ਚਰਨਾਂ ਦੇ ਖਜ਼ਾਨੇ ਜਿਸ ਮਨੁੱਖ ਨੂੰ ਲੱਭ ਪੈਂਦੇ ਨੇ ਨਾ, ਉਸ ਮਨੁੱਖ ਤੋਂ ਪਰਮੇਸ਼ਰ ਦੇ ਭਗਤ ਸੇਵਕ ਜਨ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੁਰਬਾਨ ਜਾਂਦੇ ਨੇ। ਗੌੜੀ ਮਹੱਲਾ ਪੰਜਵਾ। ਸੋ ਕਿਸ ਕਰ ਜਿਤ ਮੈਲ ਨ ਲਾਗੈ, ਹਰ ਕੀਰਤਨ ਮੈਂ ਇਹੋ ਮਨ ਜਾਗੈ। ਸਤਿਗੁਰੂ ਕਹਿੰਦੇ ਹੇ ਭਾਈ, ਉਹ ਧਾਰਮਿਕ ਉਦਮ ਕਰ, ਉਹ ਚੰਗੇ ਕਰਮ ਕਰ ਜਿਸ ਦੇ ਕਰਨ ਦੇ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨਾ ਲੱਗ ਸਕੇ। ਆਪਣੀ ਜ਼ਿੰਦਗੀ ਵਿੱਚ ਜਿਹੜੇ ਕਰਮ ਕਰਨੇ ਨੇ ਨਾ, ਸਤਿਗੁਰੂ ਕਹਿੰਦੇ ਉਹ ਐਸੇ ਕਰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੇ ਕਰਨ ਦੇ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ, ਮਾੜੇ ਵਿਚਾਰਾਂ ਦੀ ਮੈਲ ਨਾ ਲੱਗ ਸਕੇ। ਇਹੋ ਜਿਹੇ ਕਰਮ ਕਰਨੇ ਚਾਹੀਦੇ ਨੇ। ਤੇਰਾ ਇਹ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਟਿਕ ਕੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹੇ। ਬਸ ਮਾੜੇ ਕਰਮ ਵੱਲੋਂ ਸੁਚੇਤ ਹੋ ਜਾਵੇ, ਤੇਰਾ ਮਨ ਇਹਨਾਂ ਦੇ ਪ੍ਰਭਾਵ ਤੋਂ ਥੱਲੇ ਰਹੇ। ਏਕੋ ਸਿਮਰ ਨਾ ਦੂਜਾ ਭਾਓ, ਸੰਤ ਸੰਗ ਜਪ ਕੇਵਲ ਨਾਉ। ਸਤਿਗੁਰੂ ਕਹਿੰਦੇ ਹੇ ਭਾਈ, ਸਿਰਫ ਇੱਕ ਪਰਮਾਤਮਾ ਦਾ ਨਾਮ ਜਪ, ਸਿਰਫ ਤੇ ਸਿਰਫ ਇੱਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ ਆਪਣੇ ਮਨ ਵਿੱਚ ਨਾ ਲਿਆ, ਕਿਸੇ ਨੂੰ ਹੋਰ ਨੂੰ ਆਪਣੇ ਮਨ ਵਿੱਚ ਨਾ ਵਸਾ, ਤੇ ਕੇਵਲ ਇੱਕ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖ। ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ। ਸਤਿਗੁਰੂ ਕਹਿੰਦੇ ਕਰਮ ਧਰਮ ਨੇਮ ਅੰਮ੍ਰਿਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਹੇ ਭਾਈ, ਮਿੱਥੇ ਹੋਏ ਧਾਰਮਿਕ ਕਰਮ, ਵਰਤ ਰੱਖਣੇ, ਪੂਜਾ ਕਰਨੀ, ਇਹ ਬਣਾਏ ਹੋਏ ਨੇਮ ਪਰਮਾਤਮਾ ਦੀ ਸਿਮਰਨ ਤੋਂ ਬਿਨਾਂ ਅਜਿਹੇ ਕਿਸੇ ਦੂਜੇ ਕੰਮ ਨੂੰ ਉੱਚੇ ਆਤਮਿਕ ਜੀਵਨ ਵਾਸਤੇ ਸਹਾਇਕ ਨਾ ਸਮਝ। ਇਹਨਾਂ ਨੂੰ ਆਪਣੇ ਸਹਾਇਕ ਨਾ ਸਮਝ ਵੀ ਮੈਂ ਵਰਤ ਰੱਖ ਕੇ ਪਰਮਾਤਮਾ ਨੂੰ ਖੁਸ਼ ਕਰ ਲਵਾਂ, ਮੈਂ ਪੂਜਾ ਕਰਕੇ ਪਰਮਾਤਮਾ ਨੂੰ ਖੁਸ਼ ਕਰ ਲਵਾਂ। ਇਹਨਾਂ ਦੇ ਨਾਲ ਆਪਣੇ ਸਹਾਇਕ ਨਾ ਸਮਝ ਇਹਨਾਂ ਕਾਰਨਾਂ ਨੂੰ ਕਰਨੇ। ਪਾਤਸ਼ਾਹ ਕਹਿੰਦੇ ਤਾਂ ਕਿ ਪੂਰਨ ਹੋਈ ਘਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਹੇ ਭਾਈ, ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਉਹਦੇ ਸਾਰੇ ਕਾਰਜ ਰਾਸ ਹੁੰਦੇ ਨੇ ਜਿਸ ਦੀ ਪ੍ਰੀਤ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ, ਜਿਹਦੀ ਪ੍ਰੀਤ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ। ਪਾਤਸ਼ਾਹ ਕਹਿੰਦੇ ਸੋ ਵੈਸ਼ਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ। ਹੇ ਨਾਨਕ, ਆਖ ਕਰਮ ਧਰਮ ਨੇਮ ਅੰਮ੍ਰਿਤ ਪੂਜਾ ਕਰਨ ਦੇ ਨਾਲ ਮਨੁੱਖ ਅਸਲ ਵੈਸ਼ਨੋ ਨਹੀਂ ਹੈ, ਅਸਲ ਵੈਸ਼ਨੋ ਨਹੀਂ ਬਣ ਸਕਦਾ। ਉਹ ਵੈਸ਼ਨੋ ਪਰੋ ਤੋਂ ਪਰੇ ਸ੍ਰੇਸ਼ਟ ਹੈ ਜਿਸ ਨੇ ਸਾਧ ਸੰਗਤ ਵਿੱਚ ਟਿਕ ਕੇ
ਸਿਮਰਨ ਦੀ ਬਰਕਤ ਦੇ ਨਾਲ ਆਪਣੇ ਅੰਦਰੋਂ ਸਾਰੇ ਵਿਕਾਰਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੂਰ ਕਰ ਦਿੱਤਾ ਹੈ। ਤੇ ਇਹ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ। ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ।